ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਹੀਐ। ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਹੀਐ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ। ਨਾਨਕ ਹੁਕਮੇ ਜੇ ਬੁਝੈ ਤਾਹਉ ਮੈਂ ਕਹੈ ਨਾ ਕੋਇ। ਨਾਨਕ ਹੁਕਮੇ ਜੇ ਬੁਝੈ ਤਾਹਉ ਮੈਂ ਕਹੈ ਨਾ ਕੋਇ। ਜੁਗੋ ਜੁਗ ਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਸਤਸੰਗੀ ਜਨੋ, ਅਸੀਂ ਅਤ ਧੰਨਤਾ ਦੇ ਪਾਤਰ ਹਾਂ ਜੋ ਗੁਰੂ ਜੀ ਦੀ ਹਜ਼ੂਰੀ ਵਿੱਚ ਜੁੜ ਮਿਲ ਬੈਠੇ ਇਕੱਤਰ ਹੋਏ ਹਾਂ, ਜਿਸ ਨਾਲ ਸਾਡੇ ਮਾੜੇ ਕਰਮਾਂ ਤੇ ਪਰਦਾ ਪਾ ਕੇ ਸਤਿਗੁਰ ਜੀ ਚੰਗੇ ਕਰਮ ਸਾਨੂੰ ਦਿੰਦੇ ਨੇ, ਆਪਣੀ ਨਵੀਂ ਮੱਤ ਸਾਨੂੰ ਧਾਰਨ ਕਰਦੇ ਨੇ। ਸੋ ਸਤਸੰਗੀ ਜਨੋ, ਕਥਾ ਵਿਚਾਰ ਆਰੰਭਣ ਤੋਂ ਪਹਿਲਾਂ ਦੋਨੋਂ ਹੱਥ ਜੋੜ ਕੇ ਬੁਲਾਓ ਜੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਜਪਜੀ ਸਾਹਿਬ ਦੀ ਸੰਰਚਨਾ ਕੀਤੀ ਤੇ ਉਹਨਾਂ ਨੇ ਪਹਿਲੀ ਪੌੜੀ ਦੇ ਅੰਦਰ ਲਿਖਿਆ ਸੀ ਕਿ ਸੋਚੇ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਇਹ ਪਹਿਲੀ ਪੌੜੀ ਦੀ ਆਰੰਭਤਾ ਵਾ ਤੇ ਦੂਸਰੀ ਪੌੜੀ ਦੀ ਆਰੰਭਤਾ ਹੁੰਦੀ ਹੈ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਸਤਿਗੁਰਾਂ ਨੇ ਪਹਿਲਾਂ ਸੋਚਣ ਦੇ ਨਾਲ ਸੰਬੰਧਿਤ ਰੱਖਿਆ, ਇਸ਼ਨਾਨ ਕਰਨ ਦੇ ਨਾਲ, ਸੋਚਣ ਦੇ ਨਾਲ, ਭੁੱਖ ਦੇ ਨਾਲ। ਤੇ ਸਤਿਗੁਰਾਂ ਨੇ ਇਸ ਸੰਸਾਰ ਨੂੰ ਦੇਖਦੇ ਹੋਏ ਲਿਖ ਦਿੱਤਾ ਅੱਗੇ ਹੁਕਮ, ਕਿਉਂਕਿ ਉਸ ਦੇ ਭਾਣੇ ਵਿੱਚ ਇਹ ਸ੍ਰਿਸ਼ਟੀ ਆ ਜਿਹੜੀ ਸਾਜੀ ਆ। ਕਿਉਂਕਿ ਸਤਿਗੁਰ ਨੇ ਖੇਲ ਹੀ ਐਸਾ ਬਣਾ ਦਿੱਤਾ ਕਿ ਇਹ ਸ੍ਰਿਸ਼ਟੀ ਨੂੰ ਸਾਜ ਕੇ ਆਪ ਹੀ ਵਿੱਚ ਵਾਸ ਕਰ ਲਿਆ। ਪਰ ਮਨੁੱਖ ਇਸ ਧਰਤੀ ਤੇ ਆਇਆ ਤੇ ਸਤਿਗੁਰ ਜੀ ਦਾ ਦਿੱਤਾ ਹੋਇਆ ਹੁਕਮ ਭੁੱਲ ਗਿਆ। ਪਹਿਲਾਂ ਤਾਂ ਮਾਂ ਦੇ ਪੇਟ ਵਿੱਚ ਬੈਠਾ ਪੁੱਠਾ ਲਟਕ ਕੇ ਇਹ ਕਹਿ ਰਿਹਾ ਸੀ ਕਿ ਪ੍ਰਮਾਤਮਾ ਜੀ ਮੈਨੂੰ ਬਾਹਰਲਾ ਜੀਵਨ ਦਿਖਾਓ ਤਾਂ ਜੋ ਮੈਂ ਤੇਰੇ ਦੱਸੇ ਹੋਏ ਬੋਲਾਂ ਤੇ ਚੱਲ ਸਕਾਂ। ਤੇ ਪ੍ਰਮਾਤਮਾ ਜੀ ਕਹਿੰਦੇ ਤੈਨੂੰ ਜਨਮ ਵੀ ਦਿੱਤਾ ਤੇ ਫਿਰ ਤੂੰ ਕੀਤਾ ਕੀ ਆ ਕੇ ਇੱਥੇ? ਕਹਿੰਦੇ ਉਸ ਪ੍ਰਮਾਤਮਾ ਦਾ ਹੁਕਮ ਤਾਂ ਤੂੰ ਮੰਨਿਆ ਹੀ ਨਹੀਂ। ਤੇ ਸਤਿਗੁਰ ਜੀ ਸਾਨੂੰ ਇਹੀ ਸਮਝਾਉਣਾ ਕਰਦੇ ਨੇ, ਕਹਿੰਦੇ ਵੀ ਹੁਕਮ ਦੇ ਅੰਦਰ ਹੀ ਸਭ ਕੁਝ ਹੋ ਸਕਦਾ। ਜੇ ਇਹ ਬਾਂਹ ਹਿਲਦੀ ਹੈ ਤੇ ਕਹਿੰਦੇ ਇਹ ਪ੍ਰਮਾਤਮਾ ਜੀ ਦੇ ਹੁਕਮ ਵਿੱਚ ਹਿਲਦੀ ਆ। ਜੇ ਅਸੀਂ ਚੱਲ ਸਕਦੇ ਹਾਂ ਤਾਂ ਪ੍ਰਮਾਤਮਾ ਜੀ ਦੇ ਹੁਕਮ ਵਿੱਚ ਚੱਲ ਸਕਦੇ ਹਾਂ। ਜੇ ਇਹ ਆਕਾਰ ਬਣਿਆ ਧਰਤੀ ਦਾ ਤੇ ਪ੍ਰਮਾਤਮਾ ਜੀ ਦਾ ਹੁਕਮ ਹੋਇਆ ਤਾਂ ਇਹ ਆਕਾਰ ਬਣਿਆ ਧਰਤੀ ਦਾ। ਜੇ ਪ੍ਰਮਾਤਮਾ ਜੀ ਹੁਕਮ ਹੀ ਨਾ ਕਰਦੇ ਤੇ ਫਿਰ ਕੀ ਹੋਣਾ ਸੀ? ਫਿਰ ਇਹ ਸ੍ਰਿਸ਼ਟੀ ਨਹੀਂ ਸੀ ਹੋਣੀ, ਇਨਸਾਨ ਨਹੀਂ ਸੀ ਹੋਣਾ, ਜੀਵ ਜੰਤੂ ਪੈਦਾ ਹੀ ਨਹੀਂ ਸੀ ਹੋਣੇ। ਤੇ ਸਤਿਗੁਰ ਜੀ ਨੇ ਇੱਕ ਹੁਕਮ ਦੇ ਅੰਦਰ ਗੱਲ ਕਹਿ ਦਿੱਤੀ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਕਹਿੰਦੇ ਫਿਰ ਹੁਕਮ ਦੇ ਬਿਨਾ ਜੋ ਸਰੀਰ ਬਣਾਏ ਨੇ, ਜੋ ਇਹ ਆਕਾਰ ਬਣਾਇਆ ਸਰੀਰ ਦਾ, ਕਹਿੰਦੇ ਇਹਦੇ ਅੰਦਰ ਭਾਣੇ ਦੇ ਅੰਦਰ ਹੀ ਚੱਲ ਸਕਦਾ, ਰੱਬ ਦੇ ਹੁਕਮ ਦੇ ਅੰਦਰ। ਜੇ ਹੁਕਮ ਤੋਂ ਬਾਹਰ ਹੋਵੇਗਾ, ਕਹਿੰਦੇ ਹੁਕਮ ਤੋਂ ਬਾਹਰ ਹੋ ਹੀ ਨਹੀਂ ਸਕਦਾ। ਜੇ ਆਪੋ ਆਪਣੇ ਤੋਂ ਬਾਹਰ ਹੋਵੇਗਾ ਤੇ ਇਹ ਵੀ ਉਹਦਾ ਹੁਕਮ ਹੋਵੇਗਾ, ਕਿਉਂਕਿ ਕਰਮਾਂ ਵਿੱਚ ਲਿਖਾ ਕੇ ਆਉਣਾ ਪੈਂਦਾ। ਜੋ ਪ੍ਰਮਾਤਮਾ ਜੀ ਨੇ ਸਾਡੇ ਨਾਲ ਕਰਨਾ ਉਹ ਪਹਿਲੋਂ ਹੀ ਕਰਮ ਲਿਖ ਦਿੱਤੇ। ਤੇ ਕਰਮਾਂ ਦੀ ਗੱਲ ਆਉਂਦੀ ਆ
ਹੁਕਮ ਦੀ ਗੱਲ ਆਉਂਦੀ ਆ ਤੇ ਕਹਿੰਦੇ ਜੇ ਇਹੀ ਹੁਕਮ ਕਿਤੇ ਮਾਂ ਨੂੰ ਦਿੱਤਾ ਹੁੰਦਾ ਕਰਮ ਲਿਖਣ ਦਾ, ਤੇ ਕਹਿੰਦੇ ਕੋਈ ਵੀ ਮਾਂ ਆਪਣੇ ਪੁੱਤਰ ਦਾ ਕਰਮ ਮਾੜਾ ਨਾ ਲਿਖਦੀ, ਭਾਵੇਂ ਉਹਦੀ ਆਪਣੀ ਜ਼ਿੰਦਗੀ ਬਤੀਤ ਹੋ ਜਾਂਦੀ, ਭਾਵੇਂ ਉਹ ਇੰਨਾ ਕੁ ਲਿਖਦੀ, ਕਹਿੰਦੀ ਮੈਂ ਪਰ ਆਪਣੀ ਜ਼ਿੰਦਗੀ ਬਤੀਤ ਕਰ ਲੈਂਦੀ, ਆਪਦੇ ਆਪ ਨੂੰ ਸਭ ਕੁਝ ਉਸ ਪੁੱਤਰ ਦੇ ਨਾਂ ਕਰ ਦਿੰਦੀ, ਜੋ ਕੁਝ ਵੀ ਉਸ ਨੂੰ ਚਾਹੀਦਾ ਸੀ ਮੈਂ ਉਹਦੇ ਕਰਮਾਂ ਵਿੱਚ ਲਿਖ ਦਿੰਦੀ, ਸੁੱਖ ਲਿਖਦੀ, ਦੁੱਖ ਨਾ ਹੁੰਦੇ, ਆਰਾਮ ਹੁੰਦਾ, ਕੰਮ ਨਾ ਹੁੰਦਾ। ਤੇ ਫਿਰ ਅੰਤ ਉਹਨਾਂ ਨੇ ਕਿਹਾ ਵੀ ਮੈਂ ਇਹ ਲਿਖਦੀ ਕਿ ਜਨਮ ਹੁੰਦਾ ਮੌਤ ਨਾ ਹੁੰਦਾ, ਵੀ ਮੌਤ ਨਾ ਹੀ ਹੁੰਦੀ, ਵੀ ਜਨਮ ਹੋ ਜਾਂਦਾ ਮੌਤ ਹੀ ਨਾ ਹੋਵੇ। ਪਰ ਪ੍ਰਮਾਤਮਾ ਜੀ ਕਹਿੰਦੇ ਇਹ ਹੁਕਮ ਆ ਜਿਹੜਾ ਮੈਂ ਕੇਵਲ ਆਪਣੇ ਕੋਲ ਰੱਖਿਆ। ਕਿਉਂ ਰੱਖਿਆ? ਕਿਉਂਕਿ ਜੇ ਮੈਂ ਮਾਂ ਨੂੰ ਇਹ ਕਹਿ ਦਿੰਦਾ ਕਿ ਹੁਕਮ ਲਿਖਣਾ ਤੇਰੇ ਕੋਲ ਹੈ, ਤੇ ਕਹਿੰਦੇ ਫਿਰ ਉਸਨੇ ਇਹੀ ਲਿਖਣਾ ਸੀ ਕਿ ਮੇਰੇ ਪੁੱਤ ਦੀ ਕਦੀ ਮੌਤ ਨਾ ਹੋਵੇ, ਉਸ ਨੂੰ ਸੁੱਖ ਮਿਲੇ, ਦੁੱਖ ਨਾ ਆਵੇ, ਉਸ ਨੂੰ ਤ੍ਰਿਸ਼ਨਾ ਅਗਨ ਕੋਈ ਜਾਲ ਨਾ ਸਕੇ, ਤੇ ਉੱਚੀਆਂ ਪਦਵੀਆਂ ਨੂੰ ਪ੍ਰਾਪਤ ਕਰੇ, ਗਰੀਬੀ ਨਾ ਆਵੇ, ਅਮੀਰ ਹੋਵੇ। ਕਹਿੰਦੇ ਇਹ ਕੁਝ ਲਿਖਣਾ ਸੀ। ਤੇ ਕਹਿੰਦੇ ਜੋ ਐਂਡਲੀਆਂ ਪੰਗਤੀਆਂ ਤੁਸੀਂ ਇਹ ਉਚਾਰਨ ਕੀਤੀਆਂ ਕਿ ਜਨਮ ਹੁੰਦਾ ਤੇ ਮੌਤ ਨਾ ਹੁੰਦੀ, ਤੇ ਕਹਿੰਦੇ ਫਿਰ ਇਹ ਨਹੀਂ ਸੀ ਹੋਣਾ, ਕਿਉਂਕਿ ਹੁਕਮ ਆ ਨਾ ਪ੍ਰਮਾਤਮਾ ਦਾ, ਕਿਉਂਕਿ ਉਹਦਾ ਆਕਾਰ ਬਣਾਇਆ। ਤੇ ਅਸੀਂ ਦੇਖਦੇ ਹਾਂ ਕਿ ਸੰਸਾਰ ਅੰਦਰ ਮਨੁੱਖ ਜਨਮ ਲੈਂਦਾ ਤੇ ਉਹ ਅਨੇਕਾਂ ਤਰ੍ਹਾਂ ਦੇ ਭਰਮ ਪਾਲ ਕੇ ਬਹਿ ਜਾਂਦਾ ਕਿ ਮੈਂ ਹੁਕਮ ਤੋਂ ਬਾਹਰ ਚੱਲ ਕੇ ਵੀ ਕੁਝ ਕਰ ਸਕਦਾ। ਪਰ ਪਿਆਰ ਵਾਲਿਓ, ਸੱਚ ਜਾਣੋ ਕਿ ਉਸ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਅਸੀਂ ਤਾਂ ਥਾਲੀ 'ਚ ਪਈ ਹੋਈ ਪ੍ਰਸ਼ਾਦਾ ਵਾ ਜੋ ਉਹ ਵੀ ਆਪਣੇ ਮੁਖ ਵਿੱਚ ਨਹੀਂ ਪਾ ਸਕਦੇ, ਕਿਉਂਕਿ ਉਹਦੇ ਹੁਕਮ ਦੇ ਨਾਲ ਹੀ ਪ੍ਰਸ਼ਾਦਾ ਸਾਡੇ ਅੰਦਰ ਜਾਵੇਗਾ, ਪਾਣੀ ਦੀ ਘੁੱਟ ਸਾਡੇ ਅੰਦਰ ਜਾਵੇਗੀ। ਜੇ ਉਹਦਾ ਹੁਕਮ ਹੀ ਨਾ ਹੋਇਆ ਤੇ ਪਰਮਾਤਮਾ ਦਾ, ਤੇ ਕਹਿੰਦੇ ਫਿਰ ਮੂੰਹ ਦੇ ਵਿੱਚ ਵੀ ਕਈ ਵਾਰੀ ਬੁਰਕੀ ਹੁੰਦੀ ਹੈ ਤੇ ਬਾਹਰ ਕੱਢ ਦਿੰਦਾ। ਕਿਉਂ? ਕਿਉਂਕਿ ਪਰਮਾਤਮਾ ਦਾ ਹੁਕਮ ਹੀ ਨਹੀਂ ਹੋਇਆ ਅੰਦਰ ਲੈ ਕੇ ਜਾਣ ਦਾ। ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਕਹਿੰਦੇ ਉਸ ਪਰਮਾਤਮਾ ਦੇ ਨਾਲ ਜੋ ਵੀ ਰੂਹਾਂ ਹੋਂਦ ਵਿੱਚ ਆਈਆਂ ਨੇ ਉਹ ਸਾਰੀਆਂ ਉਹਦੇ ਫਰਮਾਨ ਦੇ ਨਾਲ ਹੀ ਆਈਆਂ। ਹੁਕਮੀ ਹੋਵਨ ਜੀ ਭਾਵ ਜੋ ਵੀ ਜੀਵ ਜੰਤੂ ਇਸ ਸੰਸਾਰ ਅੰਦਰ ਆਏ ਨੇ ਉਸ ਪਰਮਾਤਮਾ ਦੇ ਭਾਣੇ ਅਨੁਸਾਰ ਆਏ ਨੇ। ਹੁਕਮ ਮਿਲੇ ਵਡਿਆਈ। ਕਹਿੰਦੇ ਜੇ ਉਸ ਨੂੰ ਪਾ ਲਵੇ ਨਾ, ਹੁਕਮ ਨੂੰ ਭਾਉਂਦਾ ਹੋਵੇ, ਜੇ ਹੁਕਮ ਨੂੰ ਭਾਉਂਦਾ ਹੁੰਦਾ, ਪਰਮਾਤਮਾ ਨੂੰ ਹੁਕਮ ਭਾਵੇ ਤੇ ਉਹ ਸਭ ਕੁਝ ਕਰਵਾ ਸਕਦਾ। ਹੁਕਮ ਮਿਲੇ ਵਡਿਆਈ। ਕਹਿੰਦੇ ਫਿਰ ਹੁਕਮ ਦੇ ਨਾਲ ਜਦੋਂ ਉਸ ਨੂੰ ਹੁਕਮ ਨੂੰ ਪਾਉਂਦਾ ਫਿਰ ਉਹਨੂੰ ਵਡਿਆਈ ਮਿਲਦੀ ਆ। ਤੇ ਵਡਿਆਈ ਪਾਈ ਕਿਹਨਾਂ ਨੇ ਆ? ਤੇ ਭਾਈ ਤਾਰੂ ਸਿੰਘ ਜੀ ਨੇ ਪਾਈ ਆ, ਭਾਈ ਮਨੀ ਸਿੰਘ ਜੀ ਨੇ ਪਾਈ ਆ, ਭਾਈ ਦਿਆਲਾ ਜੀ ਨੇ ਪਾਈ ਆ। ਬੰਦ-ਬੰਦ ਤਾਂ ਕੱਟੇ ਜਾ ਰਹੇ ਨੇ, ਕੇਸਾਂ ਦਾ ਕੋਪਰ ਵੀ ਲਹਿ ਰਿਹਾ ਸਿਰ ਤੋਂ, ਮੂਹਰੇ ਆਰਾ ਵੀ ਹੈ, ਉਬਲਦੀਆਂ ਦੇਗਾਂ ਵਿੱਚ ਵੀ ਬੈਠ ਗਏ, ਪਰ ਉਹ ਤੱਤੀ ਤਵੀ ਤੇ ਵੀ ਬੈਠ ਕੇ ਭਾਣਾ ਇੱਕੋ ਹੀ ਕਹਿ ਰਹੇ ਨੇ ਕਿ ਤੇਰਾ ਹੁਕਮ ਆ। ਵੀ ਤੇਰੇ ਹੁਕਮ ਅੰਦਰ ਪ੍ਰਮਾਤਮਾ ਸਭ ਕੁਝ ਹੋ ਰਿਹਾ, ਪਰ ਅਸੀਂ ਤੇਰੇ ਹੁਕਮ ਤੋਂ ਬਾਹਰ ਜਾ ਕੇ ਕੁਝ ਵੀ ਨਹੀਂ ਕਰ ਸਕਦੇ। ਇਹ ਜੋ ਤੂੰ ਸਾਨੂੰ ਕਰਵਾ ਰਿਹਾ ਹੈ ਤੇਰੇ ਹੁਕਮ ਵਿੱਚ ਹੋ ਰਿਹਾ। ਅਸੀਂ ਕਹਿੰਦੇ ਹਾਂ ਕਿ ਕਿਸੇ ਦਾ ਐਕਸੀਡੈਂਟ ਹੋਇਆ ਪਰ ਉਹ ਬਚ ਗਿਆ, ਕਿਉਂਕਿ ਪ੍ਰਮਾਤਮਾ ਦਾ ਹੁਕਮ ਸੀ ਇਸ ਦਾ ਐਕਸੀਡੈਂਟ ਹੋਵੇਗਾ ਪਰ ਇਹ ਬਚ ਜਾਵੇਗਾ। ਕਈ ਵਾਰੀ ਤਾਂ ਇਸ ਤਰ੍ਹਾਂ ਦੇਖਿਆ ਕਿ
ਇੰਨਾ ਜ਼ਖਮੀ ਹਾਲਤ ਵਿੱਚ ਆ ਕਿ ਬਚਣ ਦੀ ਕੋਈ ਆਸ ਨਹੀਂ, ਤੇ ਡਾਕਟਰ ਵੀ ਜਵਾਬ ਦੇ ਦਿੰਦੇ ਨੇ। ਤੇ ਅਨੇਕਾਂ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਕਿ ਪਰਮਾਤਮਾ ਨੇ ਉਸ ਨੂੰ ਰੱਖ ਲਿਆ, ਕਿਉਂਕਿ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ ਕਿ ਉਸਨੇ ਹਲੇ ਜੀਣਾ ਵਾ। ਜਿਸ ਦਿਨ ਮੌਤ ਦਾ ਸਮਾਂ ਨੇੜੇ ਆ ਗਿਆ, ਹੁਕਮ ਨੇੜੇ ਆ ਗਿਆ, ਕਹਿੰਦੇ ਉਸ ਦਿਨ ਇੱਕ ਛਿੰਨ ਦਾ ਟਾਈਮ ਵੀ ਨਹੀਂ ਲੱਗਣਾ, ਅੱਖ ਝਮਕਣ ਦਾ ਟਾਈਮ ਵੀ ਨਹੀਂ ਲੱਗਣਾ, ਕਦੋਂ ਸਾਡੇ ਸਰੀਰ ਚੋਂ ਜਿੰਦ ਨਿਕਲ ਜਾਵੇਗੀ। ਕਿਉਂ ਨਿਕਲੇਗੀ? ਕਿਉਂਕਿ ਪ੍ਰਮਾਤਮਾ ਦਾ ਹੁਕਮ ਆ, ਹੁਕਮ ਮੰਨਣਾ ਪੈਣਾ। ਕਿਤੇ ਹੁਕਮ ਮੰਨਿਆ ਸੀ ਭਾਈ ਸੱਜਣ ਜੀ ਨੇ, ਇੱਕੋ ਹੀ ਹੁਕਮ ਸੁਣਿਆ ਸੀ ਤੇ ਸੱਜਣ ਠੱਗ ਤੋਂ ਸੱਜਣ ਸਿੰਘ ਬਣ ਗਿਆ, ਭਾਈ ਸੱਜਣ ਸਿੰਘ ਜੀ ਬਣ ਗਏ। ਕਿਤੇ ਸੁਣਿਆ ਸੀ ਕੌਡੇ ਰਾਖਸ਼ ਵਰਗਿਆਂ ਨੇ ਤੇ ਉਹਨਾਂ ਦੇ ਜੀਵਨ ਸਫਲ ਹੋਏ। ਕਿਉਂ? ਕਿਉਂਕਿ ਗੁਰੂ ਦਾ ਹੁਕਮ ਮੰਨਿਆ, ਉਹਨਾਂ ਨੇ ਸੱਚੀ ਗੱਲ ਦੇਖੀ। ਹੁਕਮ ਮੰਨਿਆ। ਭੂਮੀਆਂ ਚੋਰ ਨੇ ਜੋ ਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਕਹਿੰਦਾ ਪਰਮਾਤਮਾ ਜੀ ਮੈਂ ਚੋਰ ਆ, ਮੈਨੂੰ ਬਖਸ਼ੋ। ਤੇ ਕਹਿੰਦੇ ਉਹਦੇ ਲਾਲਚ ਅੰਦਰ ਸੀ, ਉਹਦੀ ਚੋਰੀ ਕਰਨ ਦੀ ਉਸ ਨੂੰ ਬੜਾ ਹੁੰਦਾ ਸੀ ਕਿ ਸਾਰਾ ਧਨ ਦੌਲਤ ਮੈਂ ਇਕੱਠਾ ਕਰ ਲਵਾਂ, ਇਕੱਠਾ ਕਰਕੇ ਕਹਿੰਦੇ ਮੈਂ ਆਪਣਾ ਜੀਵਨ ਸਵਾਰ ਸਕਾਂ। ਤੇ ਅਨੇਕਾਂ ਹੀ ਤਰ੍ਹਾਂ ਦੀਆਂ ਉਦਾਹਰਨਾਂ ਸਾਨੂੰ ਮਿਲ ਜਾਂਦੀਆਂ ਕਿ ਹੁਕਮ ਦੇ ਅੰਦਰ ਕੁਝ ਵੀ ਹੋ ਸਕਦਾ। ਜੇ ਪ੍ਰਮਾਤਮਾ ਜੀ ਨੇ ਪਸ਼ੂ ਬਣਾਏ ਨੇ ਕਿ ਉਹ ਬੋਲ ਨਹੀਂ ਸਕਦੇ, ਇਹ ਵੀ ਉਹਦਾ ਹੁਕਮ ਹੈ। ਕਹਿੰਦੇ ਜੇ ਬੋਲਦੇ ਹੁੰਦੇ ਤੁਸੀਂ ਇਹਨਾਂ ਨੂੰ ਬੰਨ੍ਹ ਨਹੀਂ ਸੀ ਸਕਦੇ, ਇਹ ਵੀ ਉਹਦਾ ਹੁਕਮ ਆ। ਹੁਕਮ ਦੇ ਅੰਦਰ ਹੀ ਇਹ ਜੋ ਜਾਨਵਰ ਨੇ ਆਪਾਂ ਘਰਾਂ ਵਿੱਚ ਰੱਖੇ ਆ ਇਹ ਰੱਖ ਸਕਦੇ ਆ, ਕਿਉਂਕਿ ਪਰਮਾਤਮਾ ਦਾ ਹੁਕਮ ਆ। ਇਹ ਹੁਕਮ ਦੀ ਪਾਲਣਾ ਕਰ ਰਹੇ ਨੇ। ਤੇ ਇਨਸਾਨ ਤਾਂ ਕਹਿੰਦੇ ਹੁਕਮ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦਾ, ਪਰਮਾਤਮਾ ਜੀ ਕਹਿੰਦੇ ਨਹੀਂ, ਇਹ ਹੁਕਮ ਦੇ ਅੰਦਰ ਹੀ ਸਭ ਕੁਝ ਹੋ ਸਕਦਾ। ਤੇ ਹੁਕਮ ਜਿਨ੍ਹਾਂ ਨੇ ਪਾਇਆ ਫਿਰ ਉਹਨਾਂ ਨੂੰ ਵਡਿਆਈਆਂ ਪ੍ਰਾਪਤ ਹੁੰਦੀਆਂ ਨੇ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਹੀਆਂ। ਕਹਿੰਦੇ ਉਸ ਪਰਮਾਤਮਾ ਦੇ ਭਾਣੇ ਦੇ ਅੰਦਰ ਜੋ ਵੀ ਜੀਵ ਆਇਆ, ਹੁਕਮੀ ਉੱਤਮ ਨੀਚ, ਕਹਿੰਦੇ ਚਾਹੇ ਵੱਡਾ ਵਾ ਚਾਹੇ ਨੀਚ ਬਿਰਤੀ ਦਾ ਵਾ, ਚਾਹੇ ਉੱਚ ਬਿਰਤੀ ਦਾ, ਭਾਵ ਇਸ ਸੰਸਾਰ ਵਿੱਚ ਅਮੀਰੀ ਆ ਭਾਵੇਂ ਗਰੀਬੀ ਆ, ਪਰ ਹਰੇਕ ਉਹਦੀ ਹੁਕਮ ਦੇ ਅੰਦਰ ਆਇਆ ਤੇ ਜਾਣਾ ਵੀ ਉਹਦੇ ਹੁਕਮ ਦੇ ਅੰਦਰ ਹੀ ਆ। ਹੁਕਮ ਲਿਖ ਦੁੱਖ ਸੁਖ ਪਾਹੀਏ। ਕਹਿੰਦੇ ਸਾਡੇ ਹੁਕਮ ਨੂੰ ਲਿਖ ਦਿੱਤਾ ਪਰਮਾਤਮਾ ਨੇ, ਸਾਡੇ ਕਰਮਾਂ ਵਿੱਚ ਲਿਖ ਦਿੱਤਾ ਕਿ ਇਹਨੂੰ ਦੁੱਖ ਵੀ ਆਉਣੇ ਆ ਤੇ ਸੁੱਖ ਵੀ ਆਉਣੇ ਆ। ਤੇ ਧੰਨ ਗੁਰ ਅਮਰਦਾਸ ਪਾਤਸ਼ਾਹ ਜੀ ਲਿਖਦੇ ਨੇ, ਕਹਿੰਦੇ ਤੇਰੇ ਦੁੱਖ ਵੀ ਕੱਟ ਦੇਵਾਂਗੇ, ਤੇਰੇ ਰੋਗ ਵੀ ਕੱਟ ਦੇਵਾਂਗੇ, ਤੈਨੂੰ ਇੱਕ ਕੰਮ ਕਰਨਾ ਪਵੇਗਾ। ਕਹਿੰਦੇ ਦੁੱਖ ਰੋਗ ਸੰਤਾਪ ਪੁੱਤਰੇ, ਕਦੋਂ? ਜਦੋਂ ਬਾਣੀ ਨੂੰ ਸੁਣਿਆ, ਜਦੋਂ ਸੁਣੀ ਸੱਚੀ ਬਾਣੀ। ਕਹਿੰਦੇ ਜਦੋਂ ਸੁਣੀ ਭਾਵ ਕੰਨਾਂ ਨਾਲ ਸੁਣੀ, ਹੁਕਮ ਮੰਨਿਆ, ਤੇ ਕਹਿੰਦੇ ਉਦੋਂ ਫਿਰ ਜੀਵਨ ਸਫਲ ਹੋ ਗਿਆ, ਇਸ ਸੰਸਾਰ ਅੰਦਰ ਆਉਣਾ ਸਫਲ ਹੋ ਗਿਆ। ਪਰ ਮਨੁੱਖ ਨੂੰ ਤਾਂ ਅਨੇਕਾਂ ਤਰ੍ਹਾਂ ਦੇ ਭਰਮ, ਉਹ ਕਾਹਦੇ ਭਰਮ? ਕਿ ਹੁਕਮ ਤੋਂ ਬਿਨਾਂ ਇਸ ਸੰਸਾਰ ਅੰਦਰ ਹੈ ਹੀ ਕੁਝ ਨਹੀਂ। ਜੇ ਹਵਾ ਨੂੰ ਹੁਕਮ ਆ ਤਾਂ ਹਵਾ ਚੱਲ ਰਹੀ ਹੈ, ਜੇ ਇਸ ਸੂਰਜ ਨੂੰ ਹੁਕਮ ਆ ਕਿ ਤੂੰ ਇਸ ਦਿਨ ਚੜ੍ਹਨਾ ਵਾ ਤੇ ਚੜ੍ਹਦਾ ਹੀ ਰਹਿ ਆ, ਉਹਨੂੰ ਹੁਕਮ ਆ, ਹੁਕਮ ਦੇ ਭਾਣੇ ਅੰਦਰ ਚੱਲ ਰਿਹਾ। ਤੇ ਇੱਥੇ ਗੱਲ ਆਈ ਆ ਉੱਤਮ ਤੇ ਨੀਚ ਦੀ।
ਭਾਵੇਂ ਚੰਗੇ ਹੋਣ ਭਾਵੇਂ ਮੰਦੇ ਹੋਣ, ਪਰ ਉਹ ਚੱਲਦੇ ਤਾਂ ਉਹਦੇ ਹੁਕਮ ਦੇ ਵਿੱਚ ਹੀ ਆ। ਹੁਕਮ ਲਿਖ ਦੁੱਖ ਸੁੱਖ ਪਾਈਏ, ਕਹਿੰਦੇ ਹੁਕਮ ਲਿਖ ਦਿੱਤਾ ਕਿ ਸੁੱਖ ਵੀ ਆਉਣੇ ਨੇ ਤੇ ਦੁੱਖ ਵੀ ਆਵੇਗਾ। ਕਿਤੇ ਤਾਂ ਇੰਨਾ ਵੱਡਾ ਦੁੱਖ ਆ ਜਾਵੇਗਾ ਤੇ ਕਈ ਵਾਰੀ ਇੰਨਾ ਸੁੱਖ ਮਿਲ ਜਾਵੇਗਾ ਕਿ ਉਹ ਵੱਡੇ ਦੁੱਖ ਨੂੰ ਵੀ ਭੁੱਲ ਜਾਵੇਗਾ। ਤੇ ਅਗਲੀ ਪੰਕਤੀ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਹੀ ਸਮਝਾ ਰਹੇ ਨੇ ਕਿ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਏ। ਬਖਸ਼ੀਸ਼ ਹੁੰਦੀ ਹੈ ਵੀ ਦਾਤ ਦਿੱਤੀ, ਬਖਸ਼ਿਆ ਕੋਈ ਚੀਜ਼ ਬਖਸ਼ੀ। ਇੱਕਮ ਨਾ ਹੁਕਮੀ ਬਖਸ਼ੀਸ਼, ਕਹਿੰਦੇ ਇੱਕ ਦਾਤ ਦਿੱਤੀ ਪਰਮਾਤਮਾ ਨੇ, ਇੱਕ ਹੁਕਮੀ ਸਦਾ ਭਵਾਈਏ। ਕਹਿੰਦੇ ਫਿਰ ਇਸ ਸੰਸਾਰ ਅੰਦਰ ਆ ਕੇ ਮਨੁੱਖ ਭੌਂਦਾ ਰਹਿੰਦਾ, ਗੇੜੇ ਕੱਢਦਾ, ਚੱਕਰ ਲਾਉਂਦਾ, 84 ਦਾ ਗੇੜ ਕੱਟਦਾ। ਕਿਉਂ? ਕਿਉਂਕਿ ਉਹਦਾ ਪ੍ਰਮਾਤਮਾ ਦਾ ਹੁਕਮ ਆ। ਪ੍ਰਮਾਤਮਾ ਨੇ ਜੀਵ ਜੰਤੂ ਬਣਾਏ ਨੇ, ਇੱਕ ਚੋਂ ਜਿੰਦ ਕੱਢੀ ਦੂਸਰੇ ਵਿੱਚ ਪਾਤੀ, ਜਿਸ ਚੋਂ ਕੱਢੀ ਉਹ ਮਰ ਗਿਆ ਤੇ ਦੂਸਰੇ ਦਾ ਜੀਵਤ ਹੋ ਗਿਆ। ਇਸ ਤਰ੍ਹਾਂ ਇਨਸਾਨ ਹੈ, ਇੱਕ ਚੋਂ ਜਿੰਦ ਕੱਢੀ ਦੂਜੇ 'ਚ ਪਾਈ, ਦੂਸਰੇ ਦਾ ਜਨਮ ਹੋ ਗਿਆ, ਇੱਕ ਦਾ ਮੌਤ ਹੋ ਗਈ। ਇਸ ਤਰ੍ਹਾਂ ਹੀ ਕਹਿੰਦੇ ਸਭ ਕੁਝ ਅੱਗੇ ਚੱਲਦਾ ਰਹਿੰਦਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਕਹਿੰਦੇ ਉਹਦੇ ਹੁਕਮ ਦੇ ਅੰਦਰ ਹੀ ਸਭ ਕੁਝ ਹੋਵੇਗਾ। ਜੇ ਕਹਿੰਦੇ ਮੈਂ ਬੋਲਦਾ ਨਾ, ਮਨੁੱਖ ਹੰਕਾਰ ਕਰਦਾ ਕਿ ਮੈਂ ਬੋਲ ਰਿਹਾ, ਕਿ ਮੈਂ ਆਪਣੇ ਆਪ ਸਭ ਕੁਝ ਬੋਲ ਰਿਹਾ, ਪਰ ਸਤਿਗੁਰੂ ਜੀ ਕਹਿੰਦੇ ਤੇਰਾ ਭੁਲੇਖਾ ਵਾ। ਜੋ ਤੂੰ ਕਰੇ ਕਰਾਵੇ ਸੁਆਮੀ, ਸਾ ਮਸਲਤ ਪਰਵਾਨ। ਕਹਿੰਦੇ ਫਿਰ ਤੈਨੂੰ ਜੋ ਕਰਵਾਉਂਦਾ ਉਹ ਪ੍ਰਮਾਤਮਾ ਹੀ ਕਰਵਾ ਸਕਦਾ। ਜੋ ਕੁਝ ਬੁਲਾਉਂਦਾ ਉਹ ਪ੍ਰਮਾਤਮਾ ਹੀ ਬੁਲਾਉਂਦਾ ਵਾ, ਕਿਉਂਕਿ ਉਸਦੇ ਹੁਕਮ ਤੋਂ ਬਿਨਾਂ ਤਾਂ ਕੁਝ ਵੀ ਨਹੀਂ। ਜੇ ਸੰਸਾਰ ਅੰਦਰ ਅਸੀਂ ਮੰਨੀਏ ਨਾ ਕਿ ਸਾਡੇ ਮਾਂ-ਬਾਪ ਹੁੰਦੇ ਚਾਹੇ ਨਾ ਹੁੰਦੇ, ਅਸੀਂ ਫਿਰ ਵੀ ਜਨਮ ਲੈ ਲੈਣਾ ਸੀ। ਪਰਮਾਤਮਾ ਜੀ ਕਹਿੰਦੇ ਭਲਿਆ ਲੋਕਾਂ, ਇਹ ਪਰਮਾਤਮਾ ਦਾ ਜੋ ਆਉਣ ਜਾਣ ਵਾ ਨਾ, ਜੋ ਆਵਣ ਜਾਣ ਦਾ ਖੇਲ ਬਣਾਇਆ ਨਾ ਪ੍ਰਮਾਤਮਾ ਨੇ, ਕਹਿੰਦੇ ਇਹ ਤਾਂ ਕੇਵਲ ਪ੍ਰਮਾਤਮਾ ਹੀ ਜਾਣ ਸਕਦਾ ਕਿ ਤੇਰੇ ਮਾਤਾ ਪਿਤਾ ਤੇਰੇ ਤੋਂ ਪਹਿਲੋਂ ਨੇ ਤੇ ਉਸ ਤੋਂ ਬਾਅਦ ਤੂੰ ਆ ਤੇ ਤੇਰੇ ਤੋਂ ਬਾਅਦ ਤੇਰੀ ਔਲਾਦ ਹੋਵੇਗੀ। ਤੇ ਪ੍ਰਮਾਤਮਾ ਜੀ ਕਹਿੰਦੇ ਖੇਲ ਤੇਰਾ ਬਣਦਾ ਹੀ ਰਹੇਗਾ। ਮੇਰੇ ਪ੍ਰਭ ਸੱਚ ਇੱਕ ਖੇਲ ਰਚਾਇਆ, ਕੋਈ ਨਾ ਕਿਸ ਹੀ ਜਿਹਾ ਉਪਾਇਆ। ਕਹਿੰਦੇ ਫਿਰ ਪ੍ਰਮਾਤਮਾ ਨੇ ਸ੍ਰਿਸ਼ਟੀ ਸਾਜੀ, ਸਾਜ ਕੇ ਕੀ ਕੀਤਾ? ਕਹਿੰਦੇ ਇੱਕ ਖੇਲ ਬਣਾ ਦਿੱਤਾ ਤੇ ਇੱਕ ਦੂਜੇ ਦੇ ਨਾਲ ਸ਼ਕਲਾਂ ਹੱਦ ਇੱਕ ਦੋ ਭਰਾਵਾਂ ਦੀਆਂ ਆਪਸ ਵਿੱਚ ਮਿਲਦੀਆਂ ਹੋਣਗੀਆਂ, ਭੈਣਾਂ ਭੈਣਾਂ ਦੀਆਂ ਆਪਸ ਵਿੱਚ ਮਿਲਦੀਆਂ ਹੋਣਗੀਆਂ, ਪਰ ਕਦੇ ਦੇਖਿਆ ਕਿ ਇੱਕ ਪਿੰਡ ਵਿੱਚ ਉਹੋ ਜਿਹਾ ਇਨਸਾਨ ਹੈ ਤੇ ਦੂਸਰੇ ਪਿੰਡ ਵਿੱਚ ਵੀ ਉਹੋ ਜਿਹਾ ਹੋਵੇਗਾ? ਕਿਉਂ ਨਹੀਂ ਹੋਵੇਗਾ? ਕਿਉਂਕਿ ਸਤਿਗੁਰੂ ਨੇ ਖੇਲ ਹੀ ਐਸਾ ਬਣਾ ਦਿੱਤਾ। ਮੇਰੇ ਪ੍ਰਭ ਸੱਚ ਹੈ, ਉਸ ਪ੍ਰਮਾਤਮਾ ਨੇ, ਸੱਚੇ ਪੁਰਖ ਨੇ ਇੱਕ ਖੇਲ ਰਚਾਇਆ। ਕਹਿੰਦੇ ਕਿ ਖੇਲ ਰਚਾ ਦਿੱਤਾ ਵੀ ਆਉਣਾ ਵੀ ਆ ਤੇ ਜਾਣਾ ਵੀ ਆ, ਜੰਮਣਾ ਵੀ ਆ ਤੇ ਮਰਨਾ ਵੀ ਆ, ਜੇ ਉੱਗਿਆ ਬੀਜ ਤਾਂ ਉਸ ਨੂੰ ਵੱਢਣਾ ਵੀ ਆ। ਤੇ ਸਤਿਗੁਰੂ ਜੀ ਸੂਰਜ ਚੜਿਆ ਤੇ ਇੱਕ ਦਿਨ ਛਿਪਣਾ ਵੀ ਆ, ਜੋ ਅੱਜ ਸਵੇਰ ਨੂੰ ਚੜ੍ਹਦਾ ਤੇ ਸ਼ਾਮ ਨੂੰ ਛਿਪਦਾ ਵੀ ਆ। ਤੇ ਸਤਿਗੁਰੂ ਜੀ ਕਹਿੰਦੇ ਤੂੰ ਉਹਨੂੰ ਦੇਖ ਕੇ ਆਪਣੀ ਮੌਤ ਦਾ ਅੰਦਾਜ਼ਾ ਕਿਉਂ ਨਹੀਂ ਲਗਾਉਂਦਾ ਕਿ ਇਹ ਅੱਜ ਸੂਰਜ ਚੜਿਆ, ਕੱਲ ਪਤਾ ਨਹੀਂ ਮੇਰੀ ਜ਼ਿੰਦਗੀ ਵਿੱਚ ਚੜੇ ਕਿ ਨਾ ਚੜੇ। ਸਤਿਗੁਰੂ ਜੀ ਕਹਿੰਦੇ ਤਾਂ ਬਹੁਤ ਵੱਡੀ ਗੱਲ ਹੋ ਗਈ। ਇਹ ਸੋਚਿਆ ਕਰ ਕਿ ਅੱਜ ਸੂਰਜ ਚੜਿਆ ਕਿ ਸ਼ਾਮ ਨੂੰ ਡੁੱਬਣਾ ਕਿ ਨਹੀਂ ਡੁੱਬਣਾ। ਇੱਕ ਲਿਖਾਰੀ ਨੇ ਦੇਖਿਆ ਤੇ ਗੁਰੂ ਜੀ ਦੇ ਬਚਨਾਂ ਨੂੰ ਸੁਣਿਆ ਤੇ ਉਹਨੇ ਆਪਣੇ ਪੁਸਤਕ ਵਿੱਚ ਲਿਖਿਆ, ਕਹਿੰਦਾ
ਇੱਕ ਵਿਅਕਤੀ ਸੋਚ ਕੇ ਇਹ ਨਹੀਂ ਕਹਿੰਦਾ ਕਿ ਪਰਮਾਤਮਾ ਨੇ ਅੱਜ ਸੂਰਜ ਮੇਰੀ ਜ਼ਿੰਦਗੀ ਦੇ ਅੰਦਰ ਚੜਾ ਦਿੱਤਾ, ਕੱਲ ਨੂੰ ਚੜ੍ਹੇਗਾ ਕਿ ਨਹੀਂ ਚੜ੍ਹੇਗਾ। ਕਹਿੰਦੇ ਮੌਤ ਵੀ ਆ ਸਕਦੀ ਆ। ਤੇ ਸਤਿਗੁਰੂ ਜੀ ਕਹਿੰਦੇ ਫਿਰ ਉਸ ਜੋ ਉਹ ਰਾਈਟਰ ਲਿਖਦਾ, ਕਹਿੰਦੇ ਸਤਿਗੁਰਾਂ ਨੇ ਆਵਾਜ਼ ਦਿੱਤੀ। ਇੱਕ ਕਵੀ ਇਸ ਤਰ੍ਹਾਂ ਦਾ ਹੁੰਦਾ ਵਾ ਕਿ ਉਹ ਪੱਥਰਾਂ ਨੂੰ ਵੀ ਬੁਲਾ ਸਕਦਾ, ਇਹ ਕੰਧਾਂ ਨੂੰ ਵੀ ਬੁਲਾ ਸਕਦਾ ਤੇ ਧਰਤੀ ਦੀ ਪੁਕਾਰ ਵੀ ਕਰਵਾ ਸਕਦਾ। ਤੇ ਉਹ ਰਾਈਟਰ ਨੇ ਇੰਨਾ ਵਧੀਆ ਲਿਖਿਆ ਕਿ ਇਸ ਸੰਸਾਰ ਦੇ ਅੰਦਰ ਆ ਕਰਕੇ ਮਨੁੱਖ ਇਹ ਨਹੀਂ ਸੋਚਦਾ ਕਿ ਸੂਰਜ ਚੜ੍ਹਦਾ ਵਾ ਤੇ ਸੂਰਜ ਸਿਪਦਾ। ਕਹਿੰਦੇ ਹੰਕਾਰ ਕਰਦਾ ਵਾ ਕਿ ਕੋਈ ਨਹੀਂ ਕੱਲ ਫੇਰ ਆਵੇਗਾ। ਕਹਿੰਦੇ ਪਰ ਇਹ ਨਹੀਂ ਸੋਚਦਾ ਕਿ ਅੱਜ ਸੂਰਜ ਛਿਪੇਗਾ ਕਿ ਨਹੀਂ ਛਿਪੇਗਾ। ਕਹਿੰਦੇ ਫੇਰ ਦੂਰ ਦੀ ਗੱਲ ਹੋ ਗਈ ਕਿ ਇਸ ਦੇ ਸੂਰਜ ਚੜ੍ਹਨ ਤੇ ਸੂਰਜ ਛਿਪਣ ਦੇ ਵਿੱਚ ਬਹੁਤ ਲੰਬਾ ਸਮਾਂ ਹੁੰਦਾ। ਤੇ ਕਹਿੰਦੇ ਇਹ ਨਹੀਂ ਸੋਚਦਾ ਕਿ ਸੂਰਜ ਅੱਜ ਚੜਿਆ ਵਾ, ਇਹਨੇ ਦੁਪਹਿਰ ਹੋਣੀ ਆ ਕਿ ਨਹੀਂ ਹੋਣੀ। ਕਹਿੰਦੇ ਉਹਦੇ ਵਿੱਚ ਵੀ 4 ਘੰਟੇ ਨੇ ਤੇ 4 ਪਹਿਰ ਆਉਂਦੇ ਨੇ। ਕਹਿੰਦੇ ਫੇਰ ਕੀ ਹੋ ਜਾਂਦਾ। ਕਹਿੰਦੇ ਤੂੰ ਇਹ ਸੋਚਿਆ ਕਰ ਕਿ ਅੱਜ ਦਾ ਸਾਹ ਮੇਰੇ ਅੰਦਰ ਗਿਆ ਵਾ ਕਿ ਹੁਣ ਗਿਆ ਤੇ ਵਾਪਸ ਆਵੇਗਾ ਕਿ ਨਹੀਂ ਆਵੇਗਾ। ਕਹਿੰਦੇ ਇਹ ਵੀ ਸੋਚ ਲਿਆ ਕਰ। ਕਹਿੰਦੇ ਇਹ ਵੀ ਬਹੁਤ ਵੱਡੀ ਗੱਲ ਹੋ ਗਈ। ਸਾਹ ਅੰਦਰ ਗਏ ਨੂੰ ਟਾਈਮ ਲੱਗ ਸਕਦਾ। ਕਹਿੰਦੇ ਇੰਨਾ ਸੋਚ ਲਿਆ ਕਰ ਕਿ ਪਰਮਾਤਮਾ ਜੀ ਨੇ ਤੈਨੂੰ ਜੋ ਟਾਈਮ ਦਿੱਤਾ, ਜੋ ਵਕਤ ਦਿੱਤਾ, ਉਸਦੇ ਭਾਣੇ ਨੂੰ ਬਤੀਤ ਕਰ, ਉਸਦੇ ਹੁਕਮ ਦੇ ਅੰਦਰ ਬਤੀਤ ਕਰ। ਕਿਉਂਕਿ ਕੱਲੇ ਆਣੇ ਨਾਨਕਾ ਸੱਦੀ ਉੱਠ ਜਾਏ। ਕਹਿੰਦੇ ਵੀ ਇਸ ਸੰਸਾਰ ਅੰਦਰ ਪਰਮਾਤਮਾ ਹੀ ਘੱਲਦਾ ਵਾ, ਉਸਦੇ ਹੁਕਮ ਦੇ ਅੰਦਰ ਹੀ ਸਭ ਕੁਝ ਹੋ ਸਕਦਾ। ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਕਹਿੰਦੇ ਨਾਨਕ ਪਰਮਾਤਮਾ ਜੀ ਨੇ ਕਿਹਾ, ਆਪਣਾ ਨਾਮ ਲਿਖਿਆ। ਹੇ ਨਾਨਕ ਆਪਦੇ ਆਪ ਨੂੰ ਸੰਬੋਧਨ ਕਰਕੇ ਕਿਹਾ ਕਿ ਹੇ ਨਾਨਕ, ਨਾਨਕ ਹੁਕਮੇ ਜੇ ਬੁੱਝੈ। ਜੇ ਨਾਨਕ ਹੁਕਮ ਨੂੰ ਤੂੰ ਬੁੱਝ ਲਵੇਂ ਨਾ, ਉਸ ਪਰਮਾਤਮਾ ਦਾ ਆਉਣਾ ਜਾਣਾ ਖੇਲ ਬਣਾਇਆ ਹੋਇਆ ਜੋ ਉਸ ਨੂੰ ਤੂੰ ਬੁੱਝ ਲਵੇਂ ਤੇ ਕਹਿੰਦੇ ਹਉਮੈ ਕਹੇ ਨਾ ਕੋਈ, ਤਾਂ ਫਿਰ ਹਉਮੈ ਨਹੀਂ ਆਉਂਦੀ। ਇਨਸਾਨ ਅਨੇਕਾਂ ਤਰ੍ਹਾਂ ਦੇ ਘਰ ਬਣਾ ਕੇ, ਕੋਠੀਆਂ ਕਾਰਾਂ ਲਿਆ ਕੇ ਹੰਕਾਰ ਕਰ ਸਕਦਾ, ਪਰ ਪਰਮਾਤਮਾ ਜੀ ਕਹਿੰਦੇ ਮੈਂ ਤਾਂ ਏਡੀ ਵੱਡੀ ਸ੍ਰਿਸ਼ਟੀ ਸਾਜਤੀ ਤੇ ਇਸ ਦੇ ਵਿੱਚ 5 ਤੱਤ ਵੀ ਰੱਖ ਦਿੱਤੇ। ਉਹ ਮਨੁੱਖ ਨੇ ਚਲਾਉਣੇ ਤਾਂ ਆਪਣੇ ਦਿਮਾਗ ਦੇ ਨਾਲ, ਉਸ ਦੇ ਹੁਕਮ ਦੇ ਅੰਦਰ ਚਲਾਉਣੇ ਨੇ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਹੰਕਾਰ ਕਰਦਾ ਨਾ ਤੇ ਸੱਚ ਜਾਣਿਓ ਮੈਨੂੰ ਇੰਜ ਲੱਗਦਾ ਕਿ ਪਤਾ ਨਹੀਂ ਮੈਂ ਹੰਕਾਰੀ ਬੰਦੇ, ਕਿਰਤ ਘਣ ਬੰਦੇ ਇੱਥੇ ਧਰਤੀ ਤੇ ਸੰਸਾਰ ਤੇ ਭੇਜ ਦਿੱਤੇ ਕਿ ਇਹ ਗੱਡੀਆਂ ਮੋਟਰਾਂ ਦੇ ਹੰਕਾਰ ਕਰਦਾ, ਕੋਠੀਆਂ ਦਾ ਹੰਕਾਰ ਕਰਦਾ। ਕਹਿੰਦੇ ਇੱਕ ਦਿਨ ਇਹ ਖੰਡਰ ਹੋ ਜਾਣਗੀਆਂ, ਇੱਕ ਦਿਨ ਤੂੰ ਰਹਿਣਾ ਨਹੀਂ। ਕਿਉਂਕਿ ਸਿਕੰਦਰ ਆਇਆ ਤੇ ਖਾਲੀ ਹੱਥੀ ਚਲੇ ਗਿਆ ਤੇ ਕਹਿੰਦੇ ਉਸੇ ਤਰ੍ਹਾਂ ਤੂੰ ਆਵੇਂਗਾ, ਤੂੰ ਵੀ ਖਾਲੀ ਹੱਥੀ ਜਾਵੇਂਗਾ। ਕਿਉਂਕਿ ਤੂੰ ਤਾਂ ਇੱਕ ਸਿੱਕਾ ਜੋ ਤੇਰੇ ਮੂੰਹ ਦੇ ਵਿੱਚ ਪਾਇਆ ਹੁੰਦਾ, ਉਸ ਪਰਮਾਤਮਾ ਦਾ ਹੁਕਮ ਵੀ ਤੂੰ ਤੇਰੇ ਸਾਥ ਜਾਣੇ ਨੇ ਤੇਰੇ ਚੰਗੇ ਕੀਤੇ ਕਰਮ। ਸੋ ਅਸੀਂ ਵੀ ਹਉਮੈ ਦੀ ਤਿਆਗ ਕਰੀਏ, ਕਿਤੇ ਅਸੀਂ ਵੀ ਉਸ ਪਰਮਾਤਮਾ ਦੇ ਹੁਕਮ ਨੂੰ ਮੰਨੀਏ, ਤਾਂ ਜੋ ਉਸ ਪਰਮਾਤਮਾ ਦੇ ਭਾਣੇ ਦੇ ਅੰਦਰ ਅਸੀਂ ਵੀ ਆਪਣਾ ਆਪ ਲਾ ਕੇ ਜੋ ਉਸ ਪਰਮਾਤਮਾ ਦੇ ਅਨੁਸਾਰ, ਹੁਕਮ ਦੇ ਅਨੁਸਾਰ ਜੋ ਚੱਲ ਰਿਹਾ ਸਮਾਂ ਬਤੀਤ ਕਰ ਸਕੀਏ। ਕਿਉਂਕਿ ਹੁਕਮ ਦੇ ਬਿਨਾਂ ਇਸ ਸੰਸਾਰ ਅੰਦਰ ਹੈ ਹੀ ਕੁਝ ਨਹੀਂ। ਉਸ ਹੁਕਮ ਦੀ ਪਾਲਣਾ ਕਰੀਏ। ਹਰ ਰੋਜ਼ ਸਹਿਜ ਪਾਠ ਕਰੀਏ ਤਾਂ ਜੋ ਸਾਡੀ ਜ਼ਿੰਦਗੀ ਸਵਰ ਸਕੇ, ਸਾਨੂੰ ਗਿਆਨ ਮਿਲ ਸਕੇ। ਸੋ ਬੋਲਦਿਆਂ ਪਾਸੇ ਇੱਕ ਨਹੀਂ, ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਅੰਤ ਨੂੰ ਬੁਲਾਓ ਜੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।